ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ ਮੇਰਾ ਨਾਮ ਹੈ ਫਨਕਾਰ ਤੇ ਰੇਸ ਅਕੈਡਮੀ ऑफिशियल ਤੇ ਤੁਹਾਡਾ ਸਵਾਗਤ ਹੈ। ਸੋ ਜਿਵੇਂ ਮੈਂ ਕਿਹਾ ਸੀ ਕਿ ਸੰਡੇ ਤੁਹਾਡੇ ਨਾਲ ਮੈਂ ਸਿਲੇਬਸ ਸਾਂਝਾ ਕਰ ਰਾਂਗਾ। ਸਿਲੇਬਸ ਕਿਵੇਂ ਆਪਾਂ 1 ਵੀਕ 1 ਸਬਜੈਕਟ ਵਾਲਾ ਜਿਹੜਾ ਕਨਸੈਪਟ ਹੈ ਉਸ ਤੇ ਕੰਮ ਕਰਨਾਗਾ। ਉਹ 1 ਵੀਕ 1 ਸਬਜੈਕਟ ਦਾ ਮਤਲਬ ਇਹ ਹੈ ਕਿ ਆਪਾਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਉਹ ਸਬਜੈਕਟ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਇੱਕ ਹਫ਼ਤੇ ਦੇ ਵਿੱਚ ਇੱਕ ਸਬਜੈਕਟ ਪੂਰਾ ਹੋਣਾ ਆਪਣੇ ਆਪ ਦੇ ਵਿੱਚ ਚੈਲੰਜ ਆ। ਸੋ 1 ਵੀਕ ਦੀ ਥਾਂ ਤੇ 10 दिन हो गए 12 दिन हो गए ਆਪਾਂ ਉਸ ਨੂੰ ਐਡਜਸਟ ਕਰ ਲਾਂਗੇ। ਪਲਾਨ ਬਣਾਉਣ ਦੇ ਵਿੱਚ ਟਾਈਮ ਲੱਗਦਾ ਕਿ ਜਦੋਂ ਉਹ ਇੰਪਲੀਮੈਂਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਦੇ ਵਿੱਚ ਦੇਖੋਗੇ ਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਹੋਗੀ। ਹੁਣ ਇਸ 1 ਵੀਕ 1 ਸਬਜੈਕਟ ਵਾਲੇ ਕਨਸੈਪਟ ਦੇ ਵਿੱਚ ਜਿਹੜਾ ਆਪਾਂ ਪਹਿਲਾ ਸਬਜੈਕਟ ਕਰਨਾਗਾ ਉਹ ਕਰਨਾ ਕਿਹੜਾ ਉਹ ਮੈਂ ਤੁਹਾਨੂੰ ਦੱਸਦਾ। ਰਾਈਟ, ਯਾਨੀ ਕਹਿਣ ਦਾ ਮਤਲਬ ਕੀ ਆ ਕਿ ਜਿਵੇਂ ਹੁਣ ਫੋਰ ਐਗਜ਼ਾਮਪਲ ਨਵਾਂ ਆਪਣਾ ਸਿਲੇਬਸ ਤੁਹਾਨੂੰ ਪਤਾ ਹੈ ਕਿ ਇੱਕ ਤਾਂ ਆਪਣਾ ਪਾਰਟ ਏ ਹੈ। ਪਾਰਟ ਏ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬੀ ਲੈਂਗੁਏਜ ਅਤੇ ਨਾਲ ਉਹਦੇ ਪੰਜਾਬ ਜੀਕੇ ਦਿੱਤੀ ਹੋਈ ਆ। ਰਾਈਟ, ਥੋੜੀ ਬਹੁਤ ਜੋ ਆਪਣੇ ਗੁਰੂਜ਼ ਵਗੈਰਾ ਹੋ ਗਈ ਜਾਂ ਸੱਭਿਆਚਾਰ ਕਲਚਰ ਵਗੈਰਾ ਹੋ ਗਿਆ। ਜਿਹੜਾ ਪਾਰਟ ਬੀ ਆ ਉਹਦੇ ਵਿੱਚ ਜਿਹੜੀ ਆਪਣੀ ਪੰਜਾਬ ਜੀਕੇ ਆ ਉਹ ਹੈਗੀ ਆ 16 ਨੰਬਰ ਦੀ। ਉਹ ਹੈਗੀ ਆ 16 ਨੰਬਰ ਦੀ। ਅੱਛਾ, ਕਲਾਸਾਂ ਤਾਂ ਲੱਗਿਆ ਕਰਨਗੀਆਂ ਲਾਈਵ। ਇਹ ਕਲਾਸ ਕੋਈ ਲਾਈਵ ਨਹੀਂ ਹੈਗੀ, ਇਹ ਰਿਕਾਰਡਡ ਬੇਸਿਸ ਤੇ ਤੁਹਾਨੂੰ ਦਿਖ ਰਹੀ ਆ। ਰਾਈਟ, ਜਿਸ ਦਿਨ ਮੰਨ ਲਓ ਕੋਈ ਐਮਰਜੈਂਸੀ ਆ ਮੈਂ ਰਿਕਾਰਡਡ ਬੇਸ ਤੇ ਉਹ ਲਾ ਜਾ ਕਰੂੰਗਾ ਜਿਵੇਂ ਤੁਸੀਂ ਅੱਜ ਹੁਣ ਜਿਹੜਾ ਦੇਖ ਰਹੇ ਹੋ। ਰਾਈਟ, ਪਰ ਇਹ ਕਲਾਸ ਹੋਇਆ ਕਰੇਗੀ ਲਾਈਵ 7 ਵਜੇ ਸ਼ਾਮ ਨੂੰ। ਰਾਈਟ, ਸ਼ਾਮ ਨੂੰ 7 ਵਜੇ। ਹੁਣ ਪਾਰਟ ਬੀ ਦੇ ਵਿੱਚ ਜਿਹੜਾ ਪੰਜਾਬ ਜੀਕੇ ਦਾ ਪੋਰਸ਼ਨ ਆ ਉਹ ਆਪਣਾ 16 ਨੰਬਰਾਂ ਦਾ। ਹੁਣ ਜੇ ਮੈਂ ਤੁਹਾਨੂੰ ਇਹ ਕਹਿ ਦਾਂ ਕਿ ਜੇਕਰ ਤੁਸੀਂ ਇਹ ਕਲਾਸ ਲਾ ਕੇ ਆਪਣੇ 16 ਨੰਬਰ ਪੱਕੇ ਕਰ ਸਕਦੇ ਹੋ ਤਾਂ ਵਧੀਆ ਨਹੀਂ। ਰਾਈਟ, ਯਾਨੀ ਇਹ 16 ਨੰਬਰ ਤੁਹਾਡਾ ਗਿਫਟ ਹੈ। ਆਪਾਂ ਜਿਹੜੀ ਲੜਾਈ ਲੜੇ ਸੀ ਕਿ ਸਾਡੇ ਵਾਸਤੇ ਪੰਜਾਬੀ ਹੋਣੀ ਚਾਹੀਦੀ ਆ, ਪੰਜਾਬ ਜੀਕੇ ਹੋਣਾ ਚਾਹੀਦਾ, ਉਹ ਕਿਉਂ? ਕਿਉਂਕਿ ਇਹ ਪੰਜਾਬ ਦੇ ਸਟੂਡੈਂਟਾਂ ਨੂੰ ਗਿਫਟ ਆ ਕਿ ਉਹ 16 ਦੇ ਵਿੱਚੋਂ 16 ਨੰਬਰ ਲੈ ਸਕਦੇ ਨੇ। ਹੁਣ 16 ਦੇ ਵਿੱਚੋਂ 16 ਨੰਬਰ ਜੇਕਰ ਲੈਣੇ ਆ ਤਾਂ ਹੁਣ ਆਪਾਂ ਪਹਿਲਾਂ ਕੰਪਲੀਟ ਪੰਜਾਬ ਜੀਕੇ ਹੀ ਕਰਦੇ ਹਾਂ। ਰਾਈਟ, ਯਾਨੀ ਪੰਜਾਬ ਜੀਕੇ ਆਬਵੀਅਸ ਗੱਲ ਆ, ਆਪਾਂ ਮੈਂ ਬਹੁਤ ਵਾਰ ਪਹਿਲਾਂ ਥਿਊਰੀ ਵਾਈਜ਼ ਪੜ੍ਹਾਈ ਹੋਈ ਆ। ਹੁਣ ਆਪਾਂ MCQ ਦੇ ਥਰੂ ਪੰਜਾਬ ਜੀਕੇ ਨੂੰ ਕੰਪਲੀਟ ਕਰਨਾ। ਰਾਈਟ, ਹੁਣ ਜਿਹੜਾ ਮੈਂ ਇੱਥੇ ਸਮਝਾਉਂਗਾ ਉਹਨੂੰ ਆਪਣੀਆਂ ਕਾਪੀਆਂ ਦੇ ਵਿੱਚ ਨੋਟ ਕਰ ਲੈਣਾ। ਯਾਨੀ ਇਸ ਤੋਂ ਬਾਅਦ ਕੰਪਲੀਟ ਪੰਜਾਬ ਜੀਕੇ ਜੇਕਰ ਕਰਨੀ ਹੋਈ ਤਾਂ ਰੇਸ ਅਕੈਡਮੀ ऑफिशियल ਬਸ ਓਕੇ ਕੰਮ। ਰਾਈਟ, ਯਾਨੀ ਮੇਰੀ ਕਲਾਸ ਲਾ ਲਿਓ। ਹੁਣ ਕੰਪਲੀਟ ਪੰਜਾਬ ਜੀਕੇ ਆਪਾਂ ਇੱਕ ਹਫ਼ਤੇ ਦੇ ਵਿੱਚ ਕਿਵੇਂ ਕਰ ਸਕਦੇ ਹਾਂ ਉਹਦਾ ਸਾਰਾ ਤੁਹਾਨੂੰ ਮੈਂ ਇੱਥੇ ਯਾਨੀ ਜਿਹੜਾ ਹੈਗਾ ਸਮਝਾਉਣਾ ਹੈ ਕੰਪਲੀਟ ਪੰਜਾਬ ਜੀਕੇ। ਰਾਈਟ, ਹੁਣ ਆਪਾਂ ਇਹ ਕਲਾਸ ਜਿਵੇਂ ਮੰਨ ਲਓ ਹੁਣ ਅੱਜ ਤਾਂ ਚਲੋ ਮੈਂ ਤੁਹਾਨੂੰ ਸਿਲੇਬਸ ਦੱਸ ਰਿਹਾ ਹਾਂਗਾ। ਜਿਵੇਂ 30 ਜਨਵਰੀ ਆਪਣੀ ਮੰਡੇ ਕਲਾਸ। ਰਾਈਟ, ਹੁਣ 30 ਜਨਵਰੀ ਇਸ ਤੋਂ ਬਾਅਦ ਮੰਡੇ ਯਾਨੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ। ਰਾਈਟ, ਉਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਲਾ ਲਿਓ। ਪਰ ਮੈਂ ਹੁਣ ਪੂਰਾ ਸਿਲੇਬਸ ਦੱਸਣ ਲੱਗਿਆ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਆ ਕਿ ਤੁਸੀਂ ਬਿਲਕੁਲ ਐਵੇਂ ਨਾ ਆ ਜਾਓ ਕਿ ਆਪਾਂ ਜਿਵੇਂ ਝੁੱਡੂ ਜੇ ਬਣ ਕੇ ਆਏ ਨੇ ਵੀ ਚਲੋ ਕੋਈ ਨਾ ਜਾ ਕੇ ਕਲਾਸ ਦੇਖ ਲੈਂਦੇ ਆ। ਲਾਈਵ ਕਲਾਸ ਦਾ ਮਤਲਬ ਇਹ ਹੁੰਦਾ ਆਪਣਾ ਸਮਾਂ ਜਿੰਨਾ ਕੁ ਹੈਗਾ ਉਹਨੂੰ ਯੂਟੀਲਾਈਜ਼ ਕਰਨਾ। ਰਾਈਟ ਆ, ਯਾਨੀ ਤੁਸੀਂ ਆਪ ਪੜ੍ਹ ਕੇ ਆਉਣਾ, ਇੱਥੇ ਆ ਕੇ ਤੁਸੀਂ ਇੱਕ ਤਰ੍ਹਾਂ ਨਾਲ ਟੈਸਟ ਦੇਣਾ। ਫਿਰ ਤੁਸੀਂ ਦੇਖਣਾ ਵੀ ਜੋ ਤੁਸੀਂ ਪੜ੍ਹਿਆ ਕਿ ਉਹ ਟੈਸਟ ਦੇ ਵਿੱਚ ਜਾਂ ਤੁਹਾਡਾ ਇੱਥੇ ਕਲਾਸ ਦੇ ਵਿੱਚ ਉਹ ਕੰਮ ਆਇਆ ਜਾਂ ਨਹੀਂ। ਇੱਕ ਤਰ੍ਹਾਂ ਦਾ ਲਾਈਵ ਟੈਸਟ ਹੋਊਗਾ। ਰਾਈਟ, ਹੁਣ ਜਿਵੇਂ ਮੰਡੇ ਨੂੰ ਆਪਾਂ ਜਿਹੜਾ ਸਟਾਰਟ ਕਰਨਾਗਾ ਉਹ ਆਪਾਂ ਕਰਨਾਗਾ ਸੋਰਸਿਸ ਆਫ ਹਿਸਟਰੀ ਆਫ ਪੰਜਾਬ। ਰਾਈਟ, ਸੋਰਸਿਸ ਆਫ ਹਿਸਟਰੀ ਆਫ ਪੰਜਾਬ ਯਾਨੀ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹਦੇ ਸੋਰਸ ਕੀ ਆ। ਯਾਨੀ ਪੰਜਾਬ ਆਪਾਂ ਨੂੰ ਇਤਿਹਾਸ ਦੇ ਵਿੱਚ ਕਿੱਥੇ ਮਿਲਦਾ, ਕਦੋਂ ਸ਼ੁਰੂਆਤ ਹੋਈ, ਪੰਜਾਬ ਨੂੰ ਗ੍ਰੀਕ ਕੀ ਕਹਿ ਕੇ ਗਏ ਆ, ਰਿਗਵੇਦ ਕੀ ਕਹਿੰਦਾ ਗਾ, ਐਪਿਕਸ ਦੇ ਵਿੱਚ ਕੀ ਆ, ਹੋਰ ਬਹੁਤ ਸਾਰੇ ਕੁਐਸਚਨ ਬਣਦੇ ਆ। ਰਾਈਟ, ਤਾਂ ਕਹਿਣ ਦਾ ਮਤਲਬ ਆਪਾਂ ਪਹਿਲਾ ਚੈਪਟਰ ਸੋਰਸਿਸ ਆਫ ਹਿਸਟਰੀ ਆਫ ਪੰਜਾਬ ਯਾਨੀ ਤੁਸੀਂ ਐਂ ਕਹਿ ਲਓ ਵੀ ਜੇਕਰ ਤੁਸੀਂ ਇਹ ਕਲਾਸ ਲਗਾ ਲਈ ਉਸ ਤੋਂ ਬਾਅਦ ਸੋਰਸਿਸ ਆਫ ਹਿਸਟਰੀ ਆਫ ਪੰਜਾਬ ਚੈਪਟਰ ਕਲੋਜ਼ ਕਰ ਦੇਣਾ। ਯਾਨੀ ਇੰਨੇ ਕੁਐਸਚਨ ਅਸੀਂ ਕਰ ਲਏ, ਬਸ ਹੁਣ ਬਹੁਤ ਆ। ਰਾਈਟ, ਬਾਕੀ ਮੈਂ ਹੋਰ ਬਹੁਤ ਸਾਰੀ ਚੀਜ਼ਾਂ ਦੱਸ ਕੇ ਜਾਊਂਗਾ। ਇਸੇ ਤਰੀਕੇ ਦੇ ਨਾਲ ਹੁਣ 31 ਜਨਵਰੀ ਹੋ ਗਿਆ ਜਿਹੜਾ ਕਿ ਟਿਊਜ਼ਡੇ ਆ ਯਾਨੀ ਮੰਗਲਵਾਰ ਹੋ ਗਿਆ। ਉਦੋਂ ਆਪਾਂ ਕੀ ਕਰਨਾਗਾ 16th ਸੈਂਚਰੀ ਤੇ ਨਾਲ ਇਹਦੇ ਐਰੋ ਪਾ ਕੇ ਲਿਖ ਲਓ ਸੋਸ਼ੋ ਐਂਡ ਇਕਨੋਮਿਕ ਇਸ਼ੂਜ਼। ਰਾਈਟ, ਇਹਦੇ ਵਿੱਚ ਮੁਸਲਿਮ ਕਮਿਊਨਿਟੀ ਦੀ ਕਿਵੇਂ ਐਂਟਰੀ ਹੁੰਦੀ ਹੈ। ਰਾਈਟ, 16th ਸੈਂਚਰੀ ਦੇ ਵਿੱਚ ਮੁਸਲਿਮ ਹੋ ਗਏ, ਹਿੰਦੂ ਹੋ ਗਏ, ਕਾਸਟ ਸਿਸਟਮ ਹੋ ਗਿਆ। ਉਸ ਟਾਈਮ ਤੇ ਪੰਜਾਬ ਦਾ ਸੋਸ਼ਲੀ ਜਾਂ ਇਕਨੋਮਿਕਲੀ ਕੀ ਕੰਡੀਸ਼ਨ ਸੀ। ਰਾਈਟ, ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਸੋਸ਼ੋ ਐਂਡ ਇਕਨੋਮਿਕ ਕੰਡੀਸ਼ਨ ਕਹਿ ਲਓ, ਇਸ਼ੂ ਕਹਿ ਲਓ। ਯਾਨੀ ਇਹ ਆਪਾਂ ਮੰਗਲਵਾਰ 16ਵੀਂ ਸੈਂਚਰੀ ਤੇ ਆਪਾਂ ਕਰ ਲੈਣਾ। ਜਿਵੇਂ ਹਾਲ ਹੀ ਦੇ ਵਿੱਚ ਜਿਹੜਾ ਪੰਜਾਬ ਦਾ ਤੁਸੀਂ ਕਹਿ ਲਓ ਵੀ ਕੋਈ ਵੀ ਐਗਜ਼ਾਮ ਚੱਕੋਗੇ ਤਾਂ ਉਹਦੇ ਵਿੱਚ ਕੁਐਸਚਨ ਕੀ ਪੁੱਛਿਆ ਗਿਆ ਕਿ 16ਵੀਂ ਸੈਂਚਰੀ ਦੇ ਪੰਜਾਬ ਦਾ ਗਵਰਨਰ ਕੌਣ ਸੀ। ਦੌਲਤ ਖਾਨ ਲੋਧੀ ਤੁਸੀਂ ਪੜ੍ਹਦੇ ਹੋ। ਜਾਂ ਪੁੱਛਿਆ ਜਾਂਦਾ ਹੁੰਦਾ ਵੀ ਮੁਸਲਿਮ ਡਿਵੀਜ਼ਨ ਜਿਹੜੀ ਮੁਸਲਿਮ ਕਮਿਊਨਿਟੀ ਸੀ ਉਹ ਕਿੰਨੇ ਭਾਗਾਂ ਦੇ ਵਿੱਚ ਵੰਡੀ ਹੋਈ ਸੀ, ਕਿੰਨੀਆਂ ਡਿਵੀਜ਼ਨਾਂ ਸੀ। ਹਿੰਦੂ ਕਮਿਊਨਿਟੀ ਹੈ ਜਿਹੜੀ ਉਹ ਕਿੰਨੀ ਡਿਵੀਜ਼ਨਾਂ ਦੇ ਵਿੱਚ ਵੰਡੀ ਹੋਈ ਸੀ। ਹੁਣ ਪਤਾ 3 ਹੈ 4 ਹੈ 5 ਹੈ ਕਿੰਨੀਆਂ ਕਲਾਸਿਸ ਦੇ ਵਿੱਚ ਵੰਡੀ ਹੋਈ ਸੀ। ਹੋਰ ਬਹੁਤ ਕੁਛ ਹੈ।
राइट ट्रेड वाला किहड़ा सी, इंडस्ट्री वाला एरिया किहड़ा सी, बहुत कुछ पूछा जा सकता है। राइट क्लॉथ इंडस्ट्री किहड़ी सी, हुण जे पुछ ला मैं कि 16वीं सेंचुरी दे विच ट्रेड इंडस्ट्री किहड़ी सी, दसो किहड़ा शहर सी, क्लॉथ इंडस्ट्री किहड़ी सी, दसो नहीं पता ना, ये क्वेश्चन पक्का पूछे जाते हैं। यानी कहने का मतलब की है कि 30 जनवरी मंडे आप सोर्सिस ऑफ हिस्टरी ऑफ पंजाब तो स्टार्ट करना है, 16th सेंचुरी करांगे, उस तो बाद सोशो एंड इकोनॉमिक कंडीशंस आप करांगे। राइट उस तो बाद आ गया तुहाडा 1 फरवरी, 1 फरवरी नूं यानी बुधवार नूं राइट आपां की करांगे, पहले 5 गुरुआं बारे। राइट पहले 5 गुरुज, राइट पहले 5 गुरुआं बारे आप सारी जानकारी ले लेंगे, सारे क्वेश्चन यानी जिन्ने भी इंपॉर्टेंट क्वेश्चन बनते सारे इत्थों कवर कर लेंगे। उस तो बाद 2 फरवरी आप करांगे जी 6वें गुरु साहबान तो लैके 10वें गुरु तक। राइट 10वें, ये सारा नोट कर लो, मैं तुहानूं नोट करवा रहा, ये कोई लाइव लैक्चर नहीं है, पर इस तो बाद आप सिर्फ MCQ इन्हां दे बेसिस ते करांगे। तुसीं बस तैयारी करके आउणी है कि हमा के इन्ना आउणा भी तुसीं इन्ना जिहड़े मैं क्वेश्चन पाऊंगा सारे क्वेश्चन मैं आप बना के लेके आऊँगा। जो मैं एक्सप्लेन किया प्रॉपर तरीके नाल एक्सप्लेनेशन होगी, पर जो तुसीं क्लास लगाओगे ये तुहानूं अपने आप महसूस होगा कि जिहड़ा तुसीं पढ़ के आए हो वो तो ठीक है, क्लास दे विच इन्नियां चीज़ां पता लगणगीਆਂ, उन्होंने याद करने का तरीका पता लगूगा, बहुत वधिया तरीके दे नाल तुहाडी चीज़ां याद हो जाणगीਆਂ। सो सोर्सिस ऑफ हिस्टरी मंडे हो गया, 16th सेंचुरी सोशो एंड इकोनॉमिक जिहड़ियां कंडीशनस है वो आप करांगे मंगलवार। 1 फरवरी यानी बुधवार नूं आप पहले 5 गुरुआं बारे, फिर 2 फरवरी यानी वीरवार नूं आप करांगे यानी 6 गुरुआं बारे। राइट हो गया, यानी 6 तो 10 गुरुआं बारे। इस तो बाद आप 3 फरवरी नूं इत्थे मंगलवार है, बुधवार वीरवार ते शुक्रवार है, फ्राइडे। राइट फ्राइडे जिहड़ा आप करांगे भाई वो की करनागा, बाबा बंदा सिंह बहादुर, बाबा बंदा सिंह बहादुर तो आप जिहड़ा करनागा, बाबा बंदा सिंह बहादुर तो आप जिहड़ा करांगे 1734 तक, यानी जदों दल खालसा बनदा गा, दल खालसा बनने तो पहला सारा कुछ आप पढ़ांगे बाबा बंदा सिंह बहादुर बारे, बाबा बंदा सिंह बहादुर जी ने लड़ाइयां बारे। उस तो बाद अब्दुल सहमद खान आ जाता, अहमद शाह अब्दाली आ जाता, अहमद शाह अब्दाली तो चलो बाद दे विच भी रहिंदा, 1748 दे विच आउंदा, 1752 मीर मन्नू, वो सारा कुछ तो बाद दे विच आऊगा, पर जिहड़ा इत्थे आऊगा वो अब्दुल सहमद खान आ गया, तुहाडा जकरिया खान आ गया, जकरिया खान 1745 तक रहिंदा गा। राइट यहिया खान हो गया, उस तो बाद आउंदा गा। यानी कहने का मतलब बाबा बंदा सिंह बहादुर के ईवेंट तो लैके इन्हां दे ईवेंट तो लैके 1734 तक पढ़ना। राइट उस तो बाद सैटरडे यानी 4 फरवरी, सैटरडे यानी 4 फरवरी वो आप पढ़ांगे जी 1734 तो लैके महाराजा रणजीत सिंह, जहाँ कह लो इत्थे सिख मिसलां तक, क्योंकि सिख मिसलां फिर इकट्ठियां करके सिख अंपायर बनता महाराजा रणजीत सिंह। राइट यानी कहने का मतलब की है कि बाबा बंदा सिंह बहादुर 1734 दल खालसा पढ़ते हैं, 1748 मिसलां आ गई। उस तो बाद कहने का मतलब आप 1734 तो लैके सिख मिसलां का पूरा टाइम पीरियड पढ़ लांगे, पूरियां सिख मिसलां हो गई, उन्होंने फाउंडर, उन्होंने कैपिटल्स वगैरह जो भी होया, जो भी लड़ाइयां हुई, वड्डा घल्लूघर है, छोटा घल्लूघर है, बहुत सारा कुछ ये आ जाना। राइट यानी आप हिस्टरी तो स्टार्ट किया, फिर सोशो एंड इकोनॉमिक कंडीशनस कीतियां, फिर पहले 5 गुरुआं बारे, फिर 6 तो लैके 10 गुरुआं बारे, फिर उस तो बाद बाबा बंदा सिंह बहादुर बारे 1734 तक हो गया, चाहे वो अब्दुल सहमद खान आ गया, चाहे जकरिया खान आ गया। फिर उस तो बाद वाला पीरियड हो गया 1734 तो लैके सिख मिसलां बारे। राइट हो गया। इस तो बाद आप जेकर गल करिए तो 5 फरवरी यानी संडे, 5 फरवरी यानी कि संडे। राइट 5 फरवरी यानी कि संडे। राइट संडे अपना ऑफ है, संडे अपना ऑफ है। इस तो बाद आ गया तो 6 फरवरी यानी मंडे, 6 फरवरी यानी मंडे। इस तो बाद सिख अंपायर टू 1849 यानी एंग्लो सिख वार जो खत्म हो जाते हैं 1849 तक, यानी जो ब्रिटिश कोले अपना पंजाब चलिया जाता। राइट सो मेरे हिसाब के नाल तुसीं सारी जिहड़ी चीज़ समझ गए होंगे कि आप हिस्टरी तो लगे हैं, सोर्सिज एंशेंट हिस्टरी के लगे हैं कि पंजाब का वर्णन आपको इतिहास के कित्थे मिलण लग्या। फिर आप करते कराउंदे आप 1849 तक आ गए, सिख अंपायर 1849 आप 6 फरवरी मंडे को आप कंप्लीट कर लांगे। राइट हो गया। इस तो बाद जेकर मैं गल करा 7 फरवरी तो आ गया कि ट्यूसडे, 7 फरवरी की आ गया तो ट्यूसडे। ये आप की करना है 1849 तो लैके 1966 तक का। राइट जिन्ने भी क्वेश्चन बन गए वो सारा कुछ करांगे 1849 तो लैके 1966 तक के जिन्ने भी क्वेश्चन बन गए, चाहे वो सिख गुरुद्वारा प्रबंधक कमेटी आ गई, सोशो एंड रिलीजियस रिफॉर्म्स आ गए, मोर्चाज आ गए, बहुत कुछ है। राइट वो सारा कुछ आप करांगे। पंजाबी लैंगुएज को लैके जिहड़े मोर्चे लगे
ਰਾਈਟ। ਉਸ ਤੋਂ ਬਾਅਦ 1966 ਦੇ ਵਿੱਚ ਜਿਹੜਾ ਬਾਈਫਰਕੇਸ਼ਨ ਹੋਇਆ, 1947 ਵੀ ਆ ਜਾਊਗਾ ਜਿਹਦੇ ਵਿੱਚ ਪੰਜਾਬ ਵੈਸਟ ਪੰਜਾਬ ਤੇ ਈਸਟ ਪੰਜਾਬ ਬਣ ਗਿਆ। ਉਹ ਸਾਰਾ ਕੁਝ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਹੀ ਪੜ੍ਹਨਾ ਹੈ। 1849 ਤੋਂ ਲੈ ਕੇ 1966 ਦੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਹੋਣਗੇ ਉਹ ਸਾਰੇ ਆਪਾਂ ਕੱਢ ਲਿਆਵਾਂਗੇ, ਇੱਥੇ ਕਰ ਲਾਂਗੇ। ਰਾਈਟ ਹੋ ਗਿਆ। ਉਸ ਤੋਂ ਬਾਅਦ ਆ ਗਿਆ ਜੀ 8 ਫਰਵਰੀ। 8 ਫਰਵਰੀ ਜਿਹੜਾ ਕਿ ਹੈਗਾ ਆਪਣਾ ਵੈਡਨਸਡੇ। 8 ਫਰਵਰੀ ਆਪਣਾ ਹੈਗਾ ਵੈਡਨਸਡੇ। ਵੈਡਨਸਡੇ ਨੂੰ ਜਿਹੜਾ ਕਰਨਾਗਾ ਉਹ ਕੀ ਕਰਨਾਗਾ, ਇਹਦੇ ਵਿੱਚ ਆਪਾਂ ਕਰਾਂਗੇ ਆਰਟ ਐਂਡ ਕਲਚਰ। ਆਰਟ ਐਂਡ ਕਲਚਰ ਤੇ ਨਾਲ ਇਹਦੇ ਲਿਖ ਲਓ ਲਿਟਰੇਚਰ। ਵੈਸੇ ਆਰਟ ਐਂਡ ਕਲਚਰ ਦੇ ਵਿੱਚ ਹੀ ਆ ਜਾਊਗਾ, ਨਾਲ ਹੋਊਗੀ ਤੁਹਾਡੀ ਲਿਟਰੇਚਰ। ਆਰਟ ਐਂਡ ਕਲਚਰ ਹੋਗਾ, ਲਿਟਰੇਚਰ ਹੋ ਗਿਆ, ਉਹ ਸਾਰਾ ਕੁਝ ਆ ਜਾਣਾ। ਆਰਟ ਐਂਡ ਕਲਚਰ ਦੇ ਵਿੱਚ ਮੇਲੇ ਆ ਗਏ, ਔਰਨਾਮੈਂਟਸ ਆ ਗਏ, ਬਹੁਤ ਕੁਝ ਹੈ, ਸੱਭਿਆਚਾਰ ਆਪਣਾ ਸਾਰਾ, ਜਿੰਨੇ ਮੇਲੇ ਤਿਉਹਾਰ ਵਗੈਰਾ। ਰਾਈਟ ਐਂਡ ਲਿਟਰੇਚਰ। ਲਿਟਰੇਚਰ ਦੇ ਵਿੱਚ ਇੰਪੋਰਟੈਂਟ ਜਿੰਨੇ ਵੀ ਨਾਵਲਕਾਰ ਹੈ ਸਾਰੇ ਉਹ ਆ ਜਾਣਗੇ। ਰਾਈਟ। ਇਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਭਾਈ ਉਹ ਯਾਨੀ ਥਰਸਡੇ ਨੂੰ ਜਿਹੜਾ ਆਪਾਂ ਕਰਨਾ ਉਹ ਆਪਾਂ ਕਰਾਂਗੇ ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਦਾ ਮਤਲਬ ਕੀ ਹੈ? ਹੁਣ ਐਡਮਿਨਿਸਟ੍ਰੇਸ਼ਨ ਦਾ ਮਤਲਬ ਆਪਾਂ ਆਪਣੇ ਪੰਜਾਬ ਦੇ ਕਨਸਟੀਟਿਊਸ਼ਨ ਬਾਰੇ ਪੜ੍ਹ ਲਾਂਗੇ। ਕਨਸਟੀਟਿਊਸ਼ਨ ਦਾ ਇੰਡੀਆ ਦਾ, ਪਰ ਪੰਜਾਬ ਦੇ ਵਿੱਚ ਕੀ ਹੈ, ਯੂਨੀਕੈਮਰਲ ਹੈ, ਬਾਈ ਕੈਮਰਲ ਹੈ, ਸਾਰਿਆਂ ਨੂੰ ਪਤਾ ਵੈਸੇ। ਰਾਈਟ ਆ। ਲੋਕ ਸਭਾ, ਰਾਜ ਸਭਾ ਆਪਾਂ ਸੈਂਟਰ ਦੇ ਵਿੱਚ ਪੜ੍ਹਦੇ ਹਾਂ, ਇੱਥੇ ਵਿਧਾਨ ਸਭਾ, ਵਿਧਾਨ ਪਰਿਸ਼ਦ ਕਿਉਂ ਨਹੀਂ, ਉਹ ਸਾਰੀਆਂ ਗੱਲਾਂ ਬਾਤਾਂ ਯਾਨੀ ਉੱਥੋਂ ਜਿੰਨੇ ਵੀ ਕੁਐਸਚਨ ਬਣਨਗੇ। ਡਿਸਟ੍ਰਿਕਟ ਵਾਈਜ਼ ਹੋ ਗਿਆ, ਸੰਗਰੂਰ ਡਿਸਟ੍ਰਿਕਟ ਹੋ ਗਿਆ, ਡਿਵੀਜ਼ਨਾਂ ਹੋ ਗਈਆਂ, ਉਹ ਸਾਰਾ ਕੁਝ ਆਪਾਂ ਪੜ੍ਹਾਂਗੇ। ਮਿਊਨਿਸਪੈਲਿਟੀਜ਼ ਹੋ ਗਈਆਂ, ਰਾਈਟ, ਪੰਚਾਇਤ ਹੋ ਗਈ, ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਉਹ ਸਾਰੀ ਆਪਾਂ ਯਾਨੀ ਥਰਸਡੇ 9 ਫਰਵਰੀ ਨੂੰ ਕਵਰ ਕਰਾਂਗੇ। ਇਸ ਤੋਂ ਬਾਅਦ ਆ ਗਿਆ ਤੁਹਾਡਾ 10 ਫਰਵਰੀ। ਰਾਈਟ। 10 ਫਰਵਰੀ ਕੀ ਹੈ? ਸ਼ੁੱਕਰਵਾਰ, ਫਰਾਈਡੇ। 10 ਫਰਵਰੀ ਫਰਾਈਡੇ, ਠੀਕ ਹੈ। ਐਡਮਿਨਿਸਟ੍ਰੇਸ਼ਨ ਹੋ ਗਿਆ। ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਆਊਗਾ ਉਹ ਐਂ ਕਹਿ ਲਓ ਵੀ ਪੰਜਾਬ ਦਾ ਜਿੰਨਾ ਵੀ ਸਟੈਟਿਕ ਪੋਰਸ਼ਨ ਹੈ, ਪੰਜਾਬ ਦਾ ਜਿੰਨਾ ਵੀ ਸਟੈਟਿਕ ਪੋਰਸ਼ਨ ਹੈ, ਪੰਜਾਬ ਦਾ ਜਿੰਨਾ ਵੀ ਸਟੈਟਿਕ ਪੋਰਸ਼ਨ ਹੋ ਗਿਆ, ਉਹ ਸਟੈਟਿਕ ਪੋਰਸ਼ਨ ਸਾਰਾ ਆਪਾਂ ਕਵਰ ਕਰਾਂਗੇ। ਰਾਈਟ। ਇਸ ਤੋਂ ਬਾਅਦ ਜਿਹੜਾ ਐਂਡ ਕਰਨਾ ਆਪਾਂ ਉਹ ਕਰਨਾਗਾ 11 ਫਰਵਰੀ ਨੂੰ। 11 ਫਰਵਰੀ ਯਾਨੀ ਸੈਟਰਡੇ। 11 ਫਰਵਰੀ ਯਾਨੀ ਸੈਟਰਡੇ। ਇਹਦੇ ਵਿੱਚ ਆਪਾਂ ਕਰਨਾਗਾ ਲਾਸਟ 6 ਮੰਥ ਓਨਲੀ ਪੰਜਾਬ ਕਰੰਟ ਅਫੇਅਰ। ਓਨਲੀ ਪੰਜਾਬ ਕਰੰਟ ਅਫੇਅਰ। ਇਹਦੇ ਵਿੱਚ ਕਰੰਟ ਅਫੇਅਰ ਹਾਲਾਂਕਿ ਬਹੁਤੇ ਨਹੀਂ ਹੁੰਦੇ, ਪਰ ਜਿੰਨੇ ਕੁ ਵੀ ਬਣਦੇ ਹੋਏ ਕਰੰਟ ਅਫੇਅਰ ਉਹ ਆਪਾਂ ਆਖਰੀ ਪਿਛਲੇ 6 ਮਹੀਨਿਆਂ ਦੇ ਕਰੰਟ ਅਫੇਅਰ ਆਪਾਂ ਕਰ ਲਾਂਗੇ 11 ਫਰਵਰੀ ਨੂੰ। ਰਾਈਟ ਹੋ ਗਿਆ। ਉਸ ਤੋਂ ਬਾਅਦ ਐਂਡ ਕਰਨਾ ਆਪਾਂ ਜਿਹੜਾ ਉਹ 13 ਫਰਵਰੀ ਨੂੰ ਕਰਾਂਗੇ, ਕਿਉਂਕਿ ਵਿੱਚ 12 ਫਰਵਰੀ ਸੰਡੇ ਆ ਗਿਆ, ਸੰਡੇ ਆਫ ਹੋ ਗਿਆ। ਰਾਈਟ। ਮੰਡੇ। ਮੰਡੇ ਜਿਹੜਾ ਕਰਨਾਗਾ ਉਹ ਆਪਾਂ ਕੀ ਕਰਾਂਗੇ, ਕੰਪਲੀਟ ਪੰਜਾਬ ਰਿਵੀਜ਼ਨ। ਕੰਪਲੀਟ ਪੰਜਾਬ ਰਿਵੀਜ਼ਨ। ਬਸ ਤੁਸੀਂ ਇੰਨਾ ਕੁ ਸਾਥ ਦੇਣਾ ਕਿ ਜੇ ਮੈਂ ਕੰਟੀਨਿਊਟੀ ਬਣਾ ਕੇ ਰੱਖੂੰਗਾ ਤਾਂ ਤੁਸੀਂ ਕੰਟੀਨਿਊਟੀ ਬਣਾ ਕੇ ਰੱਖਣੀ ਹੈ, ਜਾਂ ਇਹ ਕਹਿ ਲਓ ਵੀ ਜੇਕਰ ਤੁਸੀਂ ਕੰਟੀਨਿਊਟੀ ਬਣਾ ਕੇ ਰੱਖੋਗੇ ਨਾ ਤਾਂ ਮੈਂ ਕੰਟੀਨਿਊਟੀ ਪੱਕਾ ਬਣਾ ਕੇ ਰੱਖੂੰਗਾ। ਇੱਕ ਟੀਚਰ ਦੀ ਮਜਬੂਰੀ ਹੋ ਜਾਂਦੀ ਹੈ ਕਿ ਇੰਨੇ ਸਟੂਡੈਂਟ ਜੁੜੇ ਹੋਏ ਆ, ਮੈਂ ਕੰਟੀਨਿਊਟੀ ਬਣਾ ਕੇ ਰੱਖਾਂ। ਬਹੁਤ ਸਿੰਪਲ ਜੀ ਗੱਲ ਹੈ। ਟੀਚਰ ਤੇ ਵੀ ਉਹ ਚੀਜ਼ ਪ੍ਰੈਸ਼ਰ ਆਉਣਾ ਚਾਹੀਦਾ। ਮੈਂ ਲਾਈਵ ਕਲਾਸ ਨਾ ਵੀ ਪਾਵਾਂ ਤਾਂ ਰਿਕਾਰਡਡ ਪਾਉਣੀ ਪਵੇ, ਮੈਨੂੰ ਇੰਨੇ ਮੈਸੇਜ ਆ ਜਾਣ, ਇੰਨਾ ਉਹ ਹੋ ਜੇ ਕਿ ਯਾਰ ਟੀਚਰ ਨੂੰ ਲੱਗੇ ਕਿ ਯਾਰ ਪਾਉਣਾ ਹੀ ਪਊਗਾ। ਪ੍ਰੈਸ਼ਰ ਜਿਵੇਂ ਆਪਾਂ ਹੁਣ ਇੰਨਾ ਪ੍ਰੈਸ਼ਰ ਪਾਇਆ ਕਿ ਸਿਲੇਬਸ ਚੇਂਜ ਹੋਵੇ ਹੀ ਹੋਵੇ, ਤਾਂ ਜਿਹੜੇ ਟੀਚਰ ਅਪੋਜ਼ ਕਰਦੇ ਸੀ ਉਹਨਾਂ ਨੂੰ ਵੀ ਸਾਹਮਣੇ ਆਉਣਾ ਪੈ ਗਿਆ ਕਿ ਯਾਰ ਨਹੀਂ, ਇਹ ਸਿਲੇਬਸ ਚੇਂਜ ਹੋਣਾ ਹੀ ਚਾਹੀਦਾ। ਰਾਈਟ। ਤੇ ਸਟੂਡੈਂਟ ਵੀ ਪ੍ਰੈਸ਼ਰ ਪਾਵੇ ਜੇਕਰ ਉਹ ਪੜ੍ਹਨਾ ਚਾਹੁੰਦਾ। ਰਾਈਟ। ਸੋ ਮੈਂ ਹੁਣ ਦੁਬਾਰਾ ਤੋਂ ਜਲਦੀ ਹੁਣ ਤੁਸੀਂ ਕਹੋਗੇ 1 ਵੀਕ 1 ਸਬਜੈਕਟ ਤਾਂ ਹੋਇਆ ਨਹੀਂ, ਬਹੁਤੇ ਕਹਿ ਦੇਣਗੇ, ਪਰ ਕੋਈ ਚੱਕਰ ਵਾਲੀ ਗੱਲ ਨਹੀਂ, ਆਪਣਾ ਤਾਂ ਸਿਲੇਬਸ ਕੰਪਲੀਟ ਹੋਣਾ ਚਾਹੀਦਾ। ਰਾਈਟ। ਇਹ ਤੁਸੀਂ ਮੰਨ ਸਕਦੇ ਹੋ ਕਿ 1 ਵੀਕ 1 ਸਬਜੈਕਟ ਦਾ ਮਤਲਬ ਇਹ ਹੋ ਗਿਆ ਇੱਥੇ ਕਿ ਆਪਾਂ ਇੱਕ ਵਾਰੀ ਤਾਂ ਪਹਿਲਾਂ ਹਿਸਟਰੀ ਖਤਮ ਕਰ ਰਹੇ ਹਾਂ, ਫਿਰ ਆਪਾਂ ਜੀਓਗ੍ਰਾਫੀ ਖਤਮ ਕਰ ਰਹੇ ਹਾਂ। ਜੀਓਗ੍ਰਾਫੀ ਦੇ ਵਿੱਚ ਹੀ ਆ ਜਾਊਗਾ ਸਾਰਾ ਫਿਜ਼ੀਕਲ ਡਿਵੀਜ਼ਨ ਵਗੈਰਾ। ਜਿਹੜਾ ਮੈਂ ਐਡਮਿਨਿਸਟ੍ਰੇਸ਼ਨ ਲਿਖਾਇਆਗਾ ਉਹਦੇ ਵਿੱਚ ਜੀਓਗ੍ਰਾਫੀਕਲ ਪੋਰਸ਼ਨ ਵੀ ਆ ਜਾਊਗਾ, ਮਿਸਲੇਨੀਅਸ ਪੋਰਸ਼ਨ ਵੀ ਕਰ ਲਾਂਗੇ। ਰਾਈਟ। ਸੋ ਉਹ ਐ ਨਾ ਮੰਨੋ ਕਿ ਸਰ ਜੀਓਗ੍ਰਾਫੀ ਰਹਿ ਗਈ, ਇਕਨੋਮੀ ਰਹਿ ਗਈ, ਉੱਥੋਂ ਬਹੁਤ ਘੱਟ ਪੋਰਸ਼ਨ ਪੁੱਛਿਆ ਜਾਂਦਾ, ਉਹ ਮੈਂ ਵੈਸੇ ਹੀ ਕਰਵਾ ਦੂੰਗਾ ਮਿਸਲੇਨੀਅਸ ਦੇ ਵਿੱਚ। ਪਰ ਜਿਹੜਾ ਮੇਜਰ ਪੋਰਸ਼ਨ ਹੈ ਇਹ ਮੇਰਾ ਯਕੀਨ ਮੰਨ ਲਓ ਕਿ 16 ਨੰਬਰ ਜੇਕਰ ਆਪਾਂ ਲੈਣੇ ਆ ਤਾਂ ਮੇਰਾ ਇਹ ਮੰਨਣਾ ਕਿ ਜੇਕਰ ਤੁਸੀਂ ਇਹ ਸੈਸ਼ਨ ਲਾਓਗੇ ਤਾਂ ਉਹ 16 ਨੰਬਰ ਕਿਤੇ ਨਾ ਕਿਤੇ ਤੁਸੀਂ ਪੱਕੇ ਕਰ ਸਕਦੇ ਹੋ। ਦੁਬਾਰਾ ਜਲਦੀ ਤੋਂ ਜਲਦੀ ਮੈਂ ਦੱਸ ਦਾਂਗਾ। ਰਾਈਟ। ਜਿਵੇਂ ਆਪਾਂ ਮੰਡੇ ਸਟਾਰਟ ਕੀਤਾ ਸੋਰਸਿਸ ਆਫ ਹਿਸਟਰੀ ਆਫ ਪੰਜਾਬ ਤੋਂ, ਜਿਵੇਂ ਆਪਾਂ ਗ੍ਰੀਕ ਦੇ ਵਿੱਚ ਕਹਿੰਦੇ ਆ, ਮਹਾਭਾਰਤ ਦੇ ਵਿੱਚ ਕਹਿ ਲਓ, ਜਾਂ ਰਿਗਵੇਦ ਤੇ ਕਹਿ ਲਓ, ਪੰਚਨਦ ਕਿਹਨੇ ਕਿਹਾ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਆ। ਰਾਈਟ। ਵੀ ਆਪਾਂ ਕਿਹੜਾ ਫੋਰਨਰ ਆਇਆ ਸੀ ਜਿਹਨੇ ਪੰਜਾਬ ਦਾ ਵਰਣਨ ਕੀਤਾ, ਬਹੁਤ ਸਾਰੇ ਕੁਐਸਚਨ ਆ। ਟ੍ਰੇਡ ਇੰਡਸਟਰੀ ਕਿਹੜੀ ਸੀਗੀ, ਕਲੌਥ ਇੰਡਸਟਰੀ ਕਿਹੜੀ ਸੀ ਉਸ ਟਾਈਮ ਤੇ, ਬਹੁਤ ਕੁਝ ਪੁੱਛਿਆ ਜਾ ਸਕਦਾ। ਇਸ ਤੋਂ ਬਾਅਦ ਸੋਸ਼ਲ ਐਂਡ ਇਕਨੋਮਿਕ ਕੰਡੀਸ਼ਨਸ ਹੋ ਗਈਆਂ ਉਸ ਟਾਈਮ ਦੀਆਂ 16th ਸੈਂਚਰੀ ਦੇ ਵਿੱਚ। ਰਾਈਟ। ਚਾਹੇ ਉਹ ਮੁਸਲਿਮ ਕਮਿਊਨਿਟੀ ਸੀ, ਚਾਹੇ ਹਿੰਦੂ ਕਮਿਊਨਿਟੀ ਸੀ, ਕਿਵੇਂ ਮੁਸਲਿਮ ਐਂਟਰੀ ਮਾਰੀ ਆਪਣੇ ਪੰਜਾਬ ਦੇ ਵਿੱਚ, ਕੀ ਗੱਲਾਂ ਬਾਤਾਂ, ਉਹ ਸਾਰੀਆਂ ਆਪਾਂ 16th ਸੈਂਚਰੀ ਦੀਆਂ ਗੱਲਾਂ ਬਾਤਾਂ ਇੱਥੇ ਕਰ ਲਾਂਗੇ। ਫਿਰ 1 ਫਰਵਰੀ ਯਾਨੀ ਪਹਿਲੇ 5 ਗੁਰੂਆਂ ਬਾਰੇ। ਫਿਰ ਆਪਾਂ ਉਸ ਤੋਂ ਬਾਅਦ ਆਵਾਂਗੇ ਜੀ ਵੀਰਵਾਰ ਨੂੰ ਯਾਨੀ 6 ਤੋਂ ਲੈ ਕੇ 10 ਤੱਕ ਆਪਣੇ ਜਿਹੜੇ ਗੁਰੂ ਸਾਹਿਬਾਨ ਹੈ। ਉਸ ਤੋਂ ਬਾਅਦ ਆਪਾਂ 3 ਫਰਵਰੀ ਯਾਨੀ ਫਰਾਈਡੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1734 ਯਾਨੀ ਦਲ ਖਾਲਸਾ ਤੋਂ ਪਹਿਲਾਂ ਵਾਲਾ ਪੀਰੀਅਡ। ਫਿਰ 4 ਫਰਵਰੀ ਸੈਟਰਡੇ ਯਾਨੀ ਆਪਾਂ 1734 ਸਿੱਖ ਮਿਸਲਾਂ ਬਾਰੇ ਪੜ੍ਹ ਲਾਂਗੇ। ਰਾਈਟ। ਸਿੱਖ ਮਿਸਲਾਂ ਉੱਥੋਂ ਤੱਕ ਯਾਨੀ ਪੜ੍ਹ ਲਾਂਗੇ। ਸੰਡੇ ਤੁਹਾਡਾ ਆਫ ਹੋ ਗਿਆ।
फिर मंडे सिख अंपायर तो लैके 1849 तक का टाइम पीरियड हो गया। ट्यूसडे हो गया अपना 1849 तो लैके 1966 तक का टाइम पीरियड हो गया। वैडनसडे अपना आर्ट एंड कल्चर के नाल लिटरेचर हो गया, बहुत इंपॉर्टेंट पोर्शन होगा ये। थर्सडे अपना एडमिनिस्ट्रेशन हो गया। इस तो बाद फ्राइडे अपना पंजाब का स्टैटिक पोर्शन मिसलेनियस, यही कहना कि जियोग्राफी वगैरह इतने कवर हो जाऊगी, राइट। फिर सैटरडे अपना जो हो गया जी लास्ट 6 महीने के पंजाब करंट अफेयर, ये भी बहुत घट होंगे पोर्शन। फिर अपना मंडे आ गया रिवीजन सैट संडे ऑफ करके, यानी 13 फरवरी तुसीं हुण आए मान लो कि जिहड़ा पूरा पोर्शन बनेगा ये इस तरीके दे नाल वधिया तरीके दे नाल अपना सारा पंजाब जीके नूं कवर कर दूगा। यानी 30 जनवरी तो लैके अपना ला लो ये कितना बन गया सी 13 फरवरी तक, ठीक है, 13 फरवरी तक। सो मेरे हिसाब के नाल ये जिहड़े अपने 2 हफ्ते 14 दिनों के विच जेकर आपां पंजाब जी के जाए कह लो कि 16 नंबर आपां जेकर पक्के कर सकते हैं तो यह थोड़े वास्ते सब तो इंपॉर्टेंट क्लास होने वाली है, राइट। सो मंडे तो आप स्टार्ट करांगे। अच्छा, एक लैंग्वेज जी होगी वह पंजाबी इंग्लिश होगी, यानी पिंगलिश पंजाबी के भी क्वेश्चन मिलणगे, तुहानूं सब चीज़ां जिहड़ियां हैगियां वो करवाइयां जाणगियां प्रॉपर तरीके दे नाल। क्लास जी लग्या करूगी वह 7 बजे लग्या करूगी, यानी शाम को अपडेट मैं कर ही दिया करनी क्लास, तो क्लास दे विच हुम हमा के आउणा तो इस टैसट नूं कदे भी नहीं छड्डना, राइट। जिन्ने भी टाइम की क्लास हुई, क्योंकि आप सारे क्वेश्चन करने हैं, अद्धा घंटा भी हो सकता, घंटा भी हो सकता, 1.5 घंटा भी हो सकता। एंड मेरे चक्कर के जो मैं क्लास लाऊंगा तो थोड़ी जी लंबी ही हो सकती है, राइट। तो 7 बजे तुसीं आउणागा, यह टैसट तुसीं जरूर देना जिहदे विच आपां ये कंप्लीट पंजाब जी के करनी है, राइट। तो इस वीडियो नूं अपने इलाके दे विच अपने जिन्ने भी ग्रुप वगैरह बने हुए तो शेयर जरूर करना, ताकि सीधी जी गल है पंजाब जी के जेकर तुसीं थ्योरी मेरे तो नहीं पढ़ी तो माड़ी गल है, पढ़ लेनी चाहिए, बहुत सोहने तरीके थ्योरी करवाई हुई है। तो जो आप MCQ के थ्रू सारी पंजाब जी की कवर करांगे तो बहुत वधिया तरीके सारा कुछ हो जाना। थैंक यू सो मच, बाय बाय, टेक केयर। आप होर नवी वीडियो मिलते रहेंगे, चैनल को सबसक्राइब करो, इस वीडियो को वध शेयर करो। टैलीग्राम पर बहुत तकड़े तरीके फ्री स्टडी मटीरियल मिलता, तुसीं वो फ्री स्टडी मटीरियल का आनंद भी लै सकते हो। बाय बाय, टेक केयर। आप होर नवी वीडियो मिलते रहेंगे, बाबा नानक मेहर करे, चढ़दी कला च रहो, इस तरीके पढ़ते रहो। थैंक यू सो मच।